स्वागत है जी साढ़े सारे दर्शकों का। मैं हाँ अमनप्रीत सिंह ते लैके हाज़र हाँ धार्मिक नज़राना गूंजा सिख विरसे दियां। ਅਸੀਂ ਆਪਣੇ ਇਸ ਪ੍ਰੋਗਰਾਮ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਰਮ ਤੇ ਪ੍ਰਚਾਰ ਤੇ ਪ੍ਰਸਾਰ ਦੇ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦੇ ਹਾਂ ਅਤੇ ਨਾਲ ਹੀ ਲੰਘੇ ਹਫ਼ਤੇ ਦੀਆਂ ਕੁਝ ਸਿੱਖ ਗਤੀਵਿਧੀਆਂ ਅਤੇ ਇਤਿਹਾਸਿਕ ਦਿਹਾੜਿਆਂ ਦੀ ਜਾਣਕਾਰੀ ਵੀ ਸੰਗਤਾਂ ਨੂੰ ਦਿੰਦੇ ਹਾਂ। ਸੋ ਆਓ ਸ਼ੁਰੂਆਤ ਕਰਦੇ ਹਾਂ ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਬੇ ਸਮੇਂ ਤੋਂ 84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਜੰਗ ਲੜ ਰਹੀ ਹੈ ਤੇ 84 ਦੇ ਸਾਕੇ ਤੇ ਬਣੀ ਫਿਲਮ 31 ਅਕਤੂਬਰ ਸਿਆਸੀ ਪੇਚਾਂ ਦੇ ਤਹਿਤ ਲਟਕਦੀ ਜਾ ਰਹੀ ਹੈ ਤਾਂ ਜੋ ਮੁੜ ਤੋਂ ਇਨਸਾਫ ਦੀਆਂ ਆਵਾਜ਼ਾਂ ਬੁਲੰਦ ਨਾ ਹੋ ਸਕਣ। ਬਹਿਰਾਲ ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਬੀਤੇ ਦਿਨੀ ਦਿੱਲੀ ਕਮੇਟੀ ਅਤੇ ਫਿਲਮ ਦੀ ਸਟਾਰ ਕਾਸਟ ਨੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚ ਕੇ 84 ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੈਂਡਲ ਮਾਰਚ ਕੀਤੀ। 1984 ਦੇ ਸਿੱਖ ਕਤਲੇਆਮ ਤੇ ਬਣੀ ਫਿਲਮ 31 अक्टूबर रिलीज होने जा रही है। साढ़े नाल सोहा अली खान मौजूद हैं। सोहा जी, 31 अक्टूबर हर सिख के जहन में एक काले दिन के था, किस तरीके से आपकी ये फिल्म? ये फिल्म जैसे आपने कहा हमारे इतिहास पे एक धब्बा है, काला धब्बा है। 32 साल में शायद पहली बार मेन स्ट्रीम बॉलीवुड में ऐसी फिल्म बनाई है। एक सच्ची कहानी है। मेरा जो रोल है तेजिंदर कौर का, तेजिंदर कौर थी एक औरत, उनकी परिवार थी, उन पे क्या बीतती है इंदिरा गांधी के हत्या के बाद। दैट इज़ द स्टोरी ऑफ द फिल्म। और अभी 21 अक्टूबर को रिलीज़ होने वाली है। अभी हाल ही में कुछ PIL फाइल हुए हैं फिल्म के खिलाफ, इसीलिए हम सब यहाँ पे इकट्ठा हुए हैं बंगला साहिब पे और एक कैंडल लाइट पीस विजिल कर रहे हैं हम। सरसा जी, जेकर गल की सिर्फ फिल्म की तो एक 32 सालों में एक लंबी लड़ाई, लेकिन जो इंसाफ है वो अज भी जीरो नहीं। यकीनी तौर पर इंसाफ तो ਅਸੀਂ ਬਹੁਤ ਦੂਰ ਹਾਂ, ਕੋਸੋਂ ਦੂਰ ਹਾਂ ਅਜੇ ਵੀ, ਪਰ ਉਮੀਦ ਕਰਦੇ ਹਾਂ ਕਿ ਅੱਜ ਇਹ ਜਿਹੜੀ ਮੂਵੀ 21 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ 31 ਅਕਤੂਬਰ, ਜਦੋਂ ਇਹ ਰਿਲੀਜ਼ ਹੋਏਗੀ ਬਹੁਤ ਸਾਰੀ ਸਰਕਾਰਾਂ 'ਤੇ ਵੀ ਦਬਾਅ ਦੁਬਾਰਾ ਤੋਂ ਬਣੇਗਾ। ਔਰ ਜਿਹੜੀ ਮੌਜੂਦਾ ਸਰਕਾਰ ਹੈ NDA ਸਰਕਾਰ, ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ। ਔਰ ਮੈਂ ਫਿਰ ਇਹ ਗੱਲ ਕਹਿ ਦਿਆਂ ਕਿ ਜੇਕਰ ਇਹ ਸਰਕਾਰ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਫਿਰ ਇਹ ਸਾਡਾ ਇਨਸਾਫ ਦਾ ਜਿਹੜੀ ਹੈ ਲੜਾਈ ਲਗਭਗ ਖਤਮ ਆ, ਫਿਰ ਇਨਸਾਫ ਦੀ ਉਮੀਦ ਨਹੀਂ ਰਹਿ ਜਾਏਗੀ। ਸੋ ਇਸ ਪਿਕਚਰ ਤੋਂ ਬੜੀ ਉਮੀਦਾਂ ਨੇ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਲੋਕ ਇਸ ਪਿਕਚਰ ਨੂੰ ਰੋਕਣਾ ਚਾਹੁੰਦੇ ਨੇ ਨਾ ਬਾਹਰ ਆਉਣ ਤੋਂ, ਇਹਦਾ ਮਤਲਬ ਆ ਉਹਨਾਂ ਦੇ ਇਹਦੇ ਅੰਦਰ ਸ਼ਮੂਲੀਅਤ ਆ, ਉਹ ਕਿਸੇ ਨਾ ਕਿਸੇ ਤਰੀਕੇ ਚਾਹੁੰਦੇ ਨੇ ਕਿ ਸੱਚਾਈ ਲੋਕਾਂ ਦੇ ਸਾਹਮਣੇ ਨਾ ਆਵੇ। ਇਹ ਮੂਵੀ ਹਰ ਸੂਰਤ ਅੰਦਰ ਆਊਗੀ ਔਰ ਹਰ ਸਿੱਖ ਇਸ ਮੂਵੀ ਨੂੰ ਦੇਖਣ ਵਾਸਤੇ, ਮੈਂ ਸਮਝਦਾ ਹਰ ਦੇਸ਼ ਦਾ ਵਾਸੀ ਜਿਹੜਾ ਹੈ ਇਸ ਮੂਵੀ ਨੂੰ ਦੇਖਣ ਜਾਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਪਤਾ ਲੱਗੇ 32 ਸਾਲ ਪਹਿਲਾਂ ਆਜ਼ਾਦ ਮੁਲਕ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਨੂੰ ਭਜਾ ਕੇ ਸੜਕਾਂ ਤੇ ਦੌੜਾ ਕੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਈ ਗਈ ਸੀ। ਉਸ ਸੀਨ ਨੂੰ ਸ਼ਾਇਦ ਕੋਈ ਆਪਣੀ ਅੱਖਾਂ ਨਾਲ ਦੇਖ ਵੀ ਨਾ ਸਕੇ ਜੋ ਲੋਕਾਂ ਨੇ ਆਪਣੇ ਸਰੀਰਾਂ ਤੇ ਹੰਡਾਇਆ है। मनोज जी, जैसे सिरसा जी कह रहे थे आप लोगों का कोलिशन है अकाली दल के साथ और BJP के साथ, तो अब आगे आप लोगों का सत्र आ रहा है, तो क्या माना जाए कि सरकार इसके ऊपर कोई प्रभावी कदम उठाने जा रही है? 100% इस पर जितना जल्दी न्याय हो उसकी कोशिश कर रहे हैं हम, और हम इस मुहिम में इनके साथ हैं। दोषियों को किसी हालत में बख्शा नहीं जाना चाहिए। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਇਹ ਫਿਲਮ ਨੌਜਵਾਨ ਪੀੜ੍ਹੀ ਨੂੰ ਉਸ ਸਮੇਂ ਦੇ ਵਿੱਚ ਸਿੱਖਾਂ ਦੇ ਨਾਲ ਵਾਪਰੇ ਦੁਖਾਂਤ ਬਾਰੇ ਜਾਣੂ ਕਰਵਾਵੇਗੀ। ਉੱਥੇ ਹੀ ਫਿਲਮ ਦੇ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਅਦਾਲਤੀ ਇਨਸਾਫ ਦੇ ਵਿੱਚ ਇਹ ਫਿਲਮ ਕੁਝ ਮਦਦ ਜ਼ਰੂਰ ਕਰੇਗੀ। 84 ਦੀ ਲੜਾਈ ਜਿਹੜੀ ਹੈ ਉਹ ਲਗਾਤਾਰ ਜਿਸ ਤਰੀਕੇ ਨਾਲ ਲੜੀ ਜਾ ਰਹੀ ਹੈ ਉਸ ਨੂੰ ਲੈ ਕੇ ਫਿਲਮ ਦੇ ਜਿਹੜੇ ਰਾਈਟਰ ਨੇ ਹੈਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਰਾਣਾ ਜੀ ਵੀ ਮੌਜੂਦ ਨੇ। ਪਹਿਲਾਂ ਪ੍ਰਧਾਨ ਸਾਹਿਬ, ਤੁਹਾਡੇ ਕੋਲ ਇੱਕ ਸਵਾਲ ਹੈ ਕਿ 32 ਸਾਲਾਂ ਦੀ ਤੁਹਾਡੀ ਲੜਾਈ ਆ, ਲਗਾਤਾਰ ਲੜੀ ਜਾ ਰਹੀ ਹੈ, ਗਵਾਹ ਚਲੇ ਗਏ, ਜਿਹੜੇ ਕਿ ਪਟੀਸ਼ਨਰ ਸਨ ਉਹ ਚਲੇ ਗਏ, ਇਨਸਾਫ ਨਹੀਂ ਮਿਲਿਆ, ਕੀ ਲੱਗਦਾ ਕਿ ਕਮੀ ਕਿੱਥੇ ਰਹਿ ਗਈ? ਮੈਂ ਸਮਝਦਾ ਕਿ ਜਦੋਂ ਸਰਕਾਰਾਂ ਕਤਲੇਆਮ ਕਰਨ ਔਰ ਸਰਕਾਰਾਂ ਫਿਰ ਕਾਤਲਾਂ ਨੂੰ ਬਚਾਉਣ, ਸਰਕਾਰਾਂ ਫਿਰ ਕੋਰਟ ਨੂੰ, ਪੁਲਿਸ ਨੂੰ, CBI ਨੂੰ ਆਪਣਾ ਕੰਮ ਨਾ ਕਰਨ ਦੇਣ, ਤੇ ਇਹੀ ਹੁੰਦਾ। ਔਰ ਜਦੋਂ ਇਹ ਹੁੰਦਾ, ਇਹ ਖਾਲੀ 84 ਨਹੀਂ, 84 ਤੋਂ ਬਾਅਦ ਜੇ ਗੋਧਰਾ ਹੋਇਆ, 84 ਤੋਂ ਬਾਅਦ ਜੇ ਬੰਬੇ ਹੋਇਆ, ਉਹ ਇਸ ਕਰਕੇ ਹੋਇਆ ਕਿਉਂਕਿ 84 ਦਾ ਜਸਟਿਸ ਨਹੀਂ ਮਿਲਿਆ। ਹਜ਼ਾਰਾਂ ਸਿੱਖ ਦਿੱਲੀ 'ਚ, ਹਿੰਦੁਸਤਾਨ 'ਚ ਮਾਰ ਦਿੱਤੇ ਗਏ, ਰੇਪਸ ਹੋਏ, ਮਕਾਨ ਸਾੜੇ ਗਏ, ਦੁਕਾਨਾਂ ਲੁੱਟੀਆਂ ਗਈਆਂ, ਕੋਈ ਇਨਸਾਫ ਨਹੀਂ। ਔਰ 11 ਕਮਿਸ਼ਨਾਂ ਔਰ ਕਮੇਟੀਆਂ ਤੋਂ ਬਾਅਦ 587 FIR ਦਰਜ ਹੁੰਦੀ ਹੈ, ਜਿਸ 'ਚੋਂ 241 ਬੰਦ ਹੁੰਦੀ ਹੈ। ਮੈਂ ਸ਼ਾਬਾਸ਼ੀ ਦਿੰਦਾ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਮੂਵੀ ਬਣਾਈ ਹੈ, ਔਰ ਖ਼ਾਸ ਤੌਰ 'ਤੇ ਸੋਹਾ ਅਲੀ ਖਾਨ ਨੂੰ ਕਿ ਜਿਨ੍ਹੇ ਦਲੇਰੀ ਕਰਕੇ ਇਸ ਪਿਕਚਰ ਦੇ ਵਿੱਚ ਤੇਜਿੰਦਰ ਕੌਰ ਦਾ ਰੋਲ ਪਲੇ ਕੀਤਾ ਔਰ ਇੱਕ ਸਿੱਖ ਪਰਿਵਾਰ ਦੀ ਜਿਹੜਾ ਉਸ ਵਕਤ ਕਿਹੜੀ ਮੁਸੀਬਤ ਸੀਗਾ ਉਸ ਨੂੰ ਦਰਸਾਇਆ। ਲੋਕਾਂ ਦੇ ਅੱਗੇ ਗੱਲ ਲੈ ਕੇ ਆ ਰਹੀ, ਜਿਹੜੇ ਬੱਚੇ ਉਦੋਂ ਜੰਮੇ ਨਹੀਂ ਸੀ ਅੱਜ ਆਪਣਾ ਇਤਿਹਾਸ ਦੇਖਣਗੇ ਕਿ ਇਸ ਮੁਲਕ ਦੇ ਵਿੱਚ ਕੀ ਹੋਇਆ ਸੀਗਾ। ਸੋ ਇਹ ਮੂਵੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਬਿਲਕੁਲ ਨਹੀਂ ਰੁਕਣੀ ਚਾਹੀਦੀ, ਇਹ ਮੂਵੀ ਜਲਣੀ ਚਾਹੀਦੀ ਹੈ। ਹੈਰੀ, ਬੀਇੰਗ ਅ ਰਾਈਟਰ, ਕੀ ਇਹ ਫਿਲਮ ਹੈ?
ਮਤਲਬ ਫਿਲਮ ਇਜ਼ ਅ ਸਿੰਪਲ ਸਟੋਰੀ। ਇੱਕ ਫਿਲਮ ਹੈਗੀ, ਇੱਕ ਰਾਤ ਦੀ ਕਹਾਣੀ ਹੈਗੀ ਹੈ ਕਿ ਕੀ ਉਹ 84 ਵਿੱਚ ਹੋਇਆ ਸੀ, ਕਿਸ ਤਰ੍ਹਾਂ ਇੰਦਰਾ ਗਾਂਧੀ ਦੀ ਡੈਥ ਹੋਈ ਤੇ ਕਿੰਨੇ ਕਰਾਈ ਤੇ ਅੱਗੇ ਦੰਗੇ ਕਿੰਨੇ ਸ਼ੁਰੂ ਕੀਤੇ। ਤਾਂ ਅਸੀਂ ਬੜੀ ਸਿੰਪਲ ਕਹਾਣੀ ਦਿਖਾਈ ਹੈ। ਮੈਨੂੰ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਕੀ ਪ੍ਰੋਬਲਮ ਹੈ। ਸਾਡੇ ਨਾਲ ਇੰਨੇ ਵੱਡੇ ਵੱਡੇ ਲੋਕੀ ਜੁੜੇ ਨੇ, ਇੰਨੇ ਵੱਡੇ ਇਨਫਲੂਐਂਸਰ ਜੁੜੇ ਨੇ, ਸਭ ਚਾਹੁੰਦੇ ਨੇ ਫਿਲਮ ਆਉਣ ਤੇ ਨਿਆਂ ਦਿਨ ਦੇ ਵੇਖਣ। ਤੇ ਪਹਿਲੇ ਤੇ ਸੈਂਸਰ ਰੋਕ ਦਿੰਦਾ 8-9 ਮਹੀਨੇ ਵਾਸਤੇ, ਫਿਰ ਕੋਈ PIL ਫਾਈਲ ਕਰ ਦਿੰਦਾ, ਫਿਰ ਕੋਈ ਉੱਠ ਕੇ PIL ਫਾਈਲ ਕਰ ਦਿੰਦਾ। ਹੁਣ ਅਸੀਂ 21 ਅਕਤੂਬਰ ਰਿਲੀਜ਼ ਕਰਨ ਜਾ ਰਹੇ ਹਾਂ। ਮੇਰੀ ਹੱਥ ਜੋੜ ਕੇ ਦਰਖਾਸਤ ਹੈ ਲੋਕਾਂ ਨਾਲ, ਪਹਿਲੇ ਫਿਲਮ ਵੇਖੋ, ਫਿਰ ਜਾ ਕੇ ਤੁਸੀਂ ਆਪਣਾ ਜਿਹੜਾ ਵੀ ਪੁਆਇੰਟ ਆਫ ਵਿਊ ਉਹ ਰੱਖੋ। ਬਿਨਾਂ ਦੇਖੇ ਤੁਸੀਂ ਕੋਈ ਪੁਆਇੰਟ ਆਫ ਵਿਊ ਨਾ ਰੱਖੋ। ਸਿੰਪਲ ਮਕਸਦ ਇਹੀ ਬਣਾਈਏ ਲੈ ਕੇ ਕਿ ਸਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਆਈ ਥਿੰਕ ਮੇਰਾ ਜਦ ਫਿਲਮ ਦੇਖਣਗੀ ਤੇ ਗਵਰਨਮੈਂਟ ਨੂੰ ਜਾ ਕੇ ਇੱਕ ਵਾਰ ਸੋਚਣ ਵਿੱਚ ਜ਼ਰੂਰ ਮਜਬੂਰ ਹੋਏਗੀ ਕਿ ਇੰਨਾ ਟਾਈਮ ਕਿਉਂ ਲੱਗਿਆ ਇਨਸਾਫ ਦੇਣ ਵਿੱਚ। ਤੇ ਹੁਣੇ ਵੀ ਜਸਟਿਸ ਡਿਲੇਜ਼, ਜਸਟਿਸ ਡਿਨਾਈਡ, ਬਟ ਹਾਲੇ ਵੀ ਅਗਰ ਸਰਕਾਰ ਦੀ ਚਾਹ ਹੈਗੀ ਹੈ, ਇਨਸਾਫ ਦੇਣਾ ਚਾਹੁੰਦੀ ਹੈ ਤੇ ਪਲੀਜ਼ ਦਿਓ। ਹੈਰੀ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਵਜ੍ਹਾ ਰਹਿ ਗਈ ਜਿਹਦੇ ਕਰਕੇ ਇੰਨਾ ਲੇਟ ਹੋ ਗਿਆ, ਇਨਸਾਫ ਜਿਹੜਾ ਨਹੀਂ ਮਿਲਿਆ? ਮੈਨੂੰ ਲੱਗਦਾ ਕਿ ਸਰਕਾਰ ਦੀ ਆਪਣੀ ਚਾਹ ਨਹੀਂ ਸੀ, ਕਿਉਂਕਿ ਸਰਕਾਰ ਇੱਕ ਤੇ ਹੈਗੀ ਨਹੀਂ, ਬਹੁਤ ਸਾਰੀ ਸਰਕਾਰਾਂ ਆਈਆਂ, ਬਹੁਤ ਸਾਰੀ ਸਰਕਾਰਾਂ ਗਈਆਂ, ਪਰ ਜਿਹੜੀ ਹੁਣ ਸਰਕਾਰ ਹੈਗੀ ਹੈ ਉਹਦੇ ਤੋਂ ਮੇਰੀ ਹੱਥ ਜੋੜ ਕੇ ਅਪੀਲ ਹੈਗੀ ਹੈ ਕਿ ਹੁਣ ਤੁਸੀਂ ਪਲੀਜ਼ ਕੁਝ ਕਦਮ ਉਠਾਓ ਤੇ ਇਹਨੂੰ ਸਾਨੂੰ ਇਨਸਾਫ ਦਿਲਾਉਣ ਦੀ ਕੋਸ਼ਿਸ਼ ਕਰੋ। ਬੜੇ ਜਿਹੜੇ ਪੀੜਿਤ ਹੈਗੇ ਨੇ, ਬੜੇ ਸਾਰੇ ਵਿਕਟਿਮ ਹੈਗੇ ਨੇ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਫੋਰਨ ਕੰਟਰੀ ਜਾ ਕੇ ਰਹਿਣਾ ਪੈ ਰਿਹਾ। ਮੈਨੂੰ ਲੱਗਦਾ ਅਗਰ ਸਰਕਾਰ ਆਪਣਾ ਇਨਸਾਫ ਦੇਗੀ ਤੇ ਲੋਕਾਂ ਦੀ ਮਨ ਨੂੰ ਸ਼ਾਂਤੀ ਵੀ ਮਿਲੇਗੀ ਤੇ ਮੈਨੂੰ ਲੱਗਦਾ ਜਿਹੜੇ ਭਰਾ ਨੇ ਕੰਟਰੀ ਨੂੰ ਛੱਡ ਕੇ ਜਾਣਾ ਪਿਆ ਸੀ ਉਹ ਵਾਪਸ ਸਾਡੀ ਕੰਟਰੀ ਵਿੱਚ ਆਣਗੇ ਤੇ ਇਹਨੂੰ ਪ੍ਰੋਸਪਰ ਕਰਨ ਵਿੱਚ ਆਪਣਾ ਯੋਗਦਾਨ ਦੇਣਗੇ। ਰਾਣਾ ਜੀ, ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਜਿਹੜੀ ਹੈਰੀ ਵੀ ਗੱਲ ਕਰ ਰਹੇ ਨੇ ਕਿ ਪੋਲੀਟੀਕਲ ਵਿਲ ਦੀ ਕਮੀ ਰਹੀ, ਤੁਸੀਂ ਲੋਕ ਲੜਾਈ ਲੜ ਰਹੇ ਹੋ, ਕੀ ਲੱਗਦਾ ਹੈ ਵਾਕਈ ਪੋਲੀਟੀਕਲ ਵਿਲ ਹੈ ਜਾਂ ਸਿਰਫ ਇੱਕ ਉਹਨੂੰ ਲੜਾਈ ਨੂੰ ਸਹੀ ਤਰੀਕੇ ਨਾਲ ਲੜਿਆ ਨਹੀਂ ਜਾ ਰਿਹਾ? ਦੇਖੋ, ਅਸੀਂ ਤੇ ਕੋਰਟ ਦੇ ਵਿੱਚ ਜਾ ਰਹੇ ਹਾਂ, ਰੈਗੂਲਰ ਕੋਰਟ ਤੋਂ ਅਸੀਂ ਅਪੀਲ ਕਰਦੇ ਹਾਂ ਔਰ ਕੋਰਟ ਸਾਡੀ ਗੱਲ ਸੁਣਦੀ ਹੈ ਔਰ ਬਾਰ-ਬਾਰ CBI ਨੂੰ ਝਾੜ ਮਾਰਦੀ ਹੈ ਕਿ ਦੁਬਾਰਾ ਇਨਵੈਸਟੀਗੇਸ਼ਨ ਕਰੋ। ਇਹਦਾ ਮੁੱਖ ਕਾਰਨ ਹੈ ਕਿ ਕਿਤੇ ਨਾ ਕਿਤੇ ਪੋਲੀਟੀਕਲ ਇਨਫਲੂਐਂਸ ਬਾਹਰ ਜ਼ਿਆਦਾ ਹੈ। ਔਰ ਜਿਵੇਂ ਕਿ ਹੈਰੀ ਨੇ ਪਿਕਚਰ ਬਣਾਈ ਹੈ, ਇਹ ਜਿਹੜੀ ਪਿਕਚਰ ਦੇ ਵੀ ਰੁਕਾਵਟਾਂ ਆ ਰਹੀਆਂ, ਇਹਦਾ ਮਤਲਬ ਸਿੱਧਾ ਸਮਝ ਲਈਏ ਕਿ ਸੱਚ ਅੱਜ ਦੀ ਜਨਰੇਸ਼ਨ ਸਾਹਮਣੇ ਆ ਰਿਹਾ ਔਰ ਉਹ ਸੱਚ ਨੂੰ ਛੁਪਾਉਣਾ ਚਾਹੁੰਦੇ ਨੇ। ਜੇ ਅੱਜ ਦੀ ਜਨਰੇਸ਼ਨ, ਅੱਜ ਦਾ ਯੂਥ ਇਹ ਪਿਕਚਰ ਦੇਖੇਗਾ ਤੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਸੱਚ ਉੱਭਰ ਕੇ ਆਏਗਾ ਔਰ ਜਿਹੜਾ ਅੱਜ ਦਾ ਪੜ੍ਹਿਆ ਲਿਖਿਆ ਨੌਜਵਾਨ ਹੈ ਉਹ ਇਹਦੇ ਖਿਲਾਫ ਜ਼ਰੂਰ ਖੜਾ ਹੋਏਗਾ। ਇਸ ਕਾਰਨ ਇਹ ਪਿਕਚਰ ਦੇ ਪਿੱਛੇ ਕਿਸੇ PL ਲੱਗ ਰਹੀ ਹੈ ਔਰ ਜਿਹੜੇ ਬੰਦੇ PL ਲਾ ਰਹੇ ਹੋ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਕਨੈਕਟਡ ਨੇ। ਮੇਬੀ ਉਹ ਤੁਸੀਂ ਵੀ ਜਾਣਦੇ ਹੋ ਕਿਹੜੀ ਪਾਰਟੀ ਨੂੰ ਕਨੈਕਟ ਕਰਦੇ ਆ। ਸੋ ਮੈਨੂੰ ਲੱਗਦਾ ਕਿ ਇਸ ਸੱਚ ਤੋਂ ਡਰ ਰਹੇ ਨੇ ਕਿ ਸੱਚ ਲੋਕਾਂ ਦੇ ਸਾਹਮਣੇ ਆਏਗਾ, ਲੋਕ ਦੇਖਣਗੇ ਤੇ ਇੱਕ ਨਵਾਂ ਇਹਨਾਂ ਵਾਸਤੇ ਮੁਸੀਬਤ ਖੜੀ ਹੋਏਗੀ। ਇਹ ਸੀ 31 ਅਕਤੂਬਰ ਦੀ ਸਾਰੀ ਫਿਲਮ ਦੇ ਜਿਹੜੇ ਕਲਾਕਾਰ ਨੇ ਉਹਨਾਂ ਦਾ ਕਰੂ ਹੈ ਤੇ DSGMC ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਇਹਨਾਂ ਦਾ ਸਹਿਯੋਗ ਲੈ ਰਹੀ ਹੈ ਕਿ 31 ਅਕਤੂਬਰ 1984 ਜੋ ਸਿੱਖ ਕਤਲੇਆਮ ਹੋਇਆ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਕਿਹਾ ਜਾ ਰਿਹਾ ਹੈ ਕਿ ਪੋਲੀਟੀਕਲ ਵਿਲ ਦੀ ਕਮੀ ਹੈ, ਚਾਹੇ ਪੋਲੀਟੀਕਲ ਵਿਲ ਦੀ ਕਮੀ ਕਹੀ ਜਾਏ ਜਾਂ ਕਿਸੇ ਵੀ ਤਰੀਕੇ ਦਾ ਕੋਈ ਢਿਲਮੁਲ ਰਵੱਈਆ, ਲੇਕਿਨ ਅਜੇ ਤੱਕ ਲੋਕੀ ਇਨਸਾਫ ਲਈ ਤਰਸ ਰਹੇ ਨੇ। ਸੋ ਇੱਥੇ ਸਮਾਂ ਹੋ ਚੱਲਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਸਾਲਾਨਾ ਸਮਾਗਮ ਦਾ ਪ੍ਰਬੰਧ ਬੀਤੇ ਦਿਨੀ ਵੈਸਟ ਦਿੱਲੀ ਦੇ ਸ਼ਾਹ ਆਡੀਟੋਰੀਅਮ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਹਾਇਰ ਐਜੂਕੇਸ਼ਨ ਦੇ ਚੇਅਰਮੈਨ ਗੁਰਮਿੰਦਰ ਸਿੰਘ ਮਠਾਰੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਕੈਪਟਨ ਅਤੇ ਹਰਜਿੰਦਰ ਸਿੰਘ ਖੋਖਰ ਨੇ ਸਿਰੋਪਾਉ ਅਤੇ ਸ਼ਾਲ ਦੇ ਕੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਬੱਚਿਆਂ ਦੇ ਵੱਲੋਂ ਧਾਰਮਿਕ ਨਾਟਕ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਪਲਬਧੀਆਂ ਕਾਲਜ ਪ੍ਰਬੰਧਕ ਅਤੇ ਸਟੂਡੈਂਟਸ ਦੇ ਨਾਲ ਸਾਂਝੀਆਂ ਕੀਤੀਆਂ। It gives me immense pleasure to be here because this is one of the premier institute of Delhi Sikh Gurdwara Management Committee and you are celebrating your annual day. I think whole year you have different kind of curriculum. Academic side also, culture side also, sports also. And this is the day when all those who achieved, they are honored. There are cultural programs where students show their whatever they have prepared for this program. But one thing is there, that it is not only the winning, it is participating. That even after losing, if you are not able to get your target, you don't have to be disheartened. Because this institute is in the name of the Guru. And Gurus have always taught us to be positive, to be helpful, stand for downtrodden, always stand by truth. And I think if we
are in the institute which is in the name of the Guru. And the Guru, when gave his supreme sacrifice, he never gave it for himself, for his family, for his community, but for the principles on which he never believed. But he only believed in one thing, that even if you don't believe in those principles, nobody has the right to stop anybody from practicing his own religion. So I think you are lucky ones to be in this institute. As far as Delhi Gurdwara Prabandhak Committee is concerned, we will do everything to support this institute, and that the students who pass out from here must reach the heights, whatever they have set the goals for themselves. Delhi Sikh Gurdwara Management Committee, in the field of Dharm Prachar, in the field of education, in the field of minority education, in the field of helping people, as the young boy who was just narrating the Sakhi of Guru Sahib, that when in Uttarakhand in 2013, when disaster happened, and after that in Jammu and Kashmir, Nepal and Tamil Nadu, it was Delhi Gurdwara Management Committee or SGPC, they were the first one to reach over there and helped lakhs of people, not only with food, but with medicines, with shelter, with tents, with all kind of things which they were needing at that time of the distress. I think Guru has given us a unique personality, a unique set of life. We must believe in it. We must not only work for ourselves, but for a society at large, because they say कि मनुखा जन्म जेड़ा कई जूना तो बाद मिलता है, और मैं समझदा कि जदों ये जन्म मिल जावे तो फिर अपने लिए तो बंदे जींदे ही जींदे है, दूजियां वास्ते भी जीना जेड़ा है ये गुरु ने सानू दस्सिया है। और इस इंस्टीट्यूट दे विच मैं समझदा वां कि तुसी जिहड़ी फैकल्टी है, जिहड़े साडे डायरैक्टर जनरल ने, जिहड़ी डायरैक्टर मैडम है, और उस तो बाद खोखर साहब और कैप्टन साहब की जिहड़ी टीम है, मैं समझदा वां कि जिहड़ी भी चीज़ जिस किस्म की भी रिक्वायरमेंट इत्थे है वो दिल्ली गुरुद्वारा कमेटी नूं मिल के वो मसले हल जरूर करनगे। मैं एक बार फिर तुहानूं वधाई देना और विश करदा वां सारिआं नूं कि तुसी इस इंस्टीट्यूट चों अपनी एजुकेशन लैके अपने अपने मुकाम ते पहुंचण वास्ते मैं जिथे तुहानूं विश करदा वां उत्थे ये भी विश करदा वां कि जे इस इंस्टीट्यूट चों तुसी पास हुंदे हो ते गुरु दी दसी होई जिहड़ी सिक्ख्या है ਉਹਦੇ ਵਿੱਚੋਂ ਵੀ ਕੋਈ ਨਾ ਕੋਈ ਵਰਕਾ ਆਪਣੇ ਜੀਵਨ ਦੇ ਵਿੱਚ ਵਸਾਓ। हेलो लंगर गुड बाय वर्ल्ड हंगर। इस स्लोगन के तहत बेसिक ऑफ सिख नामक संस्था ਦੇ ਵੱਲੋਂ ਇੰਟਰਨੈਸ਼ਨਲ ਦੱਸ ਦਈਏ ਕਿ ਇਸ ਮੁਹਿੰਮ ਨੂੰ ਇੰਟਰਨੈਸ਼ਨਲੀ ਵੀ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਯੂਕੇ, ਯੂਐਸਏ, ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਅਤੇ ਕੈਨੇਡਾ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਮੁਹਿੰਮ ਦੇ ਨਾਲ ਜੁੜ ਰਹੇ ਨੇ ਅਤੇ ਭਾਰਤ ਦੇ ਵਿੱਚ ਵੀ ਦਿੱਲੀ ਤੋਂ ਇਲਾਵਾ ਗੁੜਗਾਉਂ, ਚੰਡੀਗੜ੍ਹ, ਮੁੰਬਈ, ਪੁਣੇ, ਬੈਂਗਲੌਰ, ਅਹਿਮਦਾਬਾਦ, ਭੋਪਾਲ, ਵਾਰਾਣਸੀ, ਅੰਮ੍ਰਿਤਸਰ ਅਤੇ ਲੁਧਿਆਣੇ ਦੇ ਵਿੱਚ ਵੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਇਸ ਸੰਸਥਾ ਦੇ ਵੱਲੋਂ ਪਿਛਲੇ ਸਾਲ ਵੀ ਕਾਮਯਾਬੀ ਦੇ ਨਾਲ ਲੰਗਰ ਵੀਕ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਇਸ ਸਾਲ ਵੀ ਇਸ ਮੁਹਿੰਮ ਨੂੰ ਨੌਜਵਾਨਾਂ ਦਾ ਪਰ ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ। ਜੇਕਰ ਤੁਸੀਂ ਕੋਈ ਆਪਣੀ ਰਾਏ ਸਾਡੇ ਇਸ ਪ੍ਰੋਗਰਾਮ ਬਾਰੇ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਸਾਨੂੰ ਤੁਹਾਡੇ ਰਾਏ ਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਅਗਲੇ ਹਫਤੇ ਮੁੜ ਤੋਂ ਹੋਵਾਂਗੇ ਹਾਜ਼ਰ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।